सुंदरी ओ पिंडा वनी ताही पानी पानी कूक रहा सी कोई निसत्ता राही। ਇਹ ਤਾਂ ਕੋਈ ਮੁਗਲ ਫੌਜ ਦਾ ਕਰਿੰਦਾ ਲੱਗਦਾ। ਚੱਲ ਫਿਰ ਤੁਰਦੇ ਹੋਈਏ। नहीं भैने, ਜ਼ਖਮੀ ਪੈ ਇਨਸਾਨ ਨੂੰ ਛੱਡ ਕੇ ਤੁਰ ਜਾਣਾ ਸਿੱਖੀ ਨਹੀਂ ਹੈ। ਦੁਸ਼ਮਣ ਤੇ ਰਹਿਮ ਕਰਨਾ ਵੀ ਕੋਈ ਅਕਲਮੰਦੀ ਨਹੀਂ ਹੈ। ਤਾਂ ਫਿਰ ਇਹ ਕੋਈ ਘੱਟ ਗੁਜ਼ਾਰਦੇ ਨੇ ਸਾਡੇ ਨਾਲ। ਘੱਟ ਤਾਂ ਇਹਨਾਂ ਨੇ ਗੁਰੂ ਸਾਹਿਬ ਨਾਲ ਵੀ ਨਹੀਂ ਗੁਜ਼ਾਰੀ ਸੀ, ਤਾਂ ਵੀ ਉਹਨਾਂ ਨੇ ਬਿਨਾਂ ਭੇਦਭਾਵ ਦੇ ਪਾਣੀ ਪਿਆ ਰਹੇ ਭਾਈ ਕਨਈਆ ਜੀ ਨੂੰ ਮੱਲਮ ਪੱਟੀ ਦੀ ਸੇਵਾ ਵੀ ਦੇ ਛੱਡੀ ਸੀ। ਉਹ ਤਾਂ ਠੀਕ ਹੈ ਭੈਣੇ, ਪਰ ਸਾਡੇ ਵੀਰ ਵੀ ਸ਼ੁਦੈਣਾ ਆਖਣਗੇ ਸਾਨੂੰ। ਸਾਡੇ ਵੀਰ ਗੁਰੂ ਦੇ ਸੱਚੇ ਸਿੱਖ ਨੇ ਭੈਣੇ, ਫਿਰ ਗੁਰੂ ਸਾਹਿਬ ਦੀ ਹੁਕਮ ਅਦੂਲੀ ਕਿਵੇਂ ਕਰ ਲੈਣਗੇ ਭਲਾ? ਦਇਆ ਕਰਨਾ ਹੀ ਸਿੱਖੀ ਦਾ ਧਰਮ ਹੈ ਮੇਰੀਏ ਭੈਣੇ। ਵਕਤ ਦੇ ਵਿੰਗੇ ਰਾਹਾਂ 'ਚ ਸਿੱਧੇ ਸਾਦੇ ਧਰਮ ਨਹੀਂ ਪੁੱਗਦੇ ਹੁੰਦੇ। ਬਚਾਓ ਦੀ ਵੀ ਕੋਈ ਤਰਕੀਬ ਸੋਚਣੀ ਪੈਂਦੀ ਹੈ। ਉਹ ਵੀ ਕਬਰ ਦਾ ਕਿੱਲ ਠੋਕਦੇ ਜ਼ਾਲਮਾਂ ਤੋਂ ਭਲੇ ਦੀ ਆਸ ਨਹੀਂ ਰੱਖੀ ਦੀ ਹੁੰਦੀ। ਆਪਣਾ ਕਰਮ ਕਮਾਉਣਾ ਹੀ ਸਾਡਾ ਧਰਮ ਹੈ ਮੇਰੀਏ ਭੈਣੇ। ਆ ਜਾ ਮੇਰੀ ਬੀਬੀ ਭੈਣ, ਆ ਜਾ। तुर्क दी सेवा दा जिम्मा सुंदरी दे सिर आ गया। विंगे वक्तां विच धर्म दा सिद्धा रस्ता छा गया। ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਵੀਰ ਜੀ? ਹੁਣ ਮੈਂ ਬਿਲਕੁਲ ਠੀਕ ਹਾਂ। ਤੁਹਾਡਾ ਅਹਿਸਾਨ ਮੈਂ ਤਾਂ ਉਮਰ ਯਾਦ ਰੱਖਾਂਗਾ। ਇਹ ਜ਼ਿੰਦਗੀ ਤੁਹਾਡੀ ਕਰਜ਼ਦਾਰ ਰਹੇਗੀ। ਹੁਣ ਮੈਨੂੰ ਆਗਿਆ ਦਿਓ। हौली हौली ठीक होके तुर्क अपने राह गया। वक्त बदले सच बदले समा ही पर छा गया। समा ही पर छा गया। समा ही पर छा गया। ਕੌਣ ਹੋ ਤੁਸੀਂ? ਕੀ ਚਾਹੁੰਦੇ ਹੋ? ਹਕੂਮਤ ਦੇ ਬਾਗੀ ਸਿੰਘਾਂ ਦਾ ਥਾ ਪਤਾ ਤੇ ਨਾ ਦੱਸਾਂ ਫੇ ਤੇ ਪੱਟ ਕਰਾਂਗੇ ਤੇ ਜਾਨੋਂ ਮਾਰਾਂਗੇ। ਦੇਖਦੇ ਕਿਉਂ? ਕਰੋ ਹਿੰਮਤ। ਧੱਕੇ ਸਿੰਘ ਨੂੰ ਕੋਈ ਬਦਤਮੀਜ਼ੀ ਨਹੀਂ। ਸ਼ੁਕਰ ਹੈ ਤੁਸੀਂ ਆ ਗਏ। ਕੌਣ ਨੇ ਇਹ? ਮੈਨੂੰ ਕਿਉਂ ਘੇਰੀ ਖੜੇ ਸੀ? ਇਹ ਮੇਰੇ ਹੁਕਮ ਦੀ ਤਾਮੀਲ ਕਰਦੇ ਸਿਪਾਹੀ ਨੇ। ਹੁਕਮ ਦੀ ਤਾਮੀਲ? ਮਜ਼ਾਕ ਤਾਂ ਨਹੀਂ ਕਰ ਰਹੇ? ਮਜ਼ਾਕ? ਮਜ਼ਾਕ ਕਿਉਂ ਕਰਾਂਗਾ? ਤੂੰ ਉਹੀ ਹੈ ਨਾ? ਹਾਂ, ਉਹੀ ਹੈ ਜਿਹਦੀ ਤੂੰ ਜਾਨ ਬਚਾਈ ਸੀ ਤੇ ਉਸੇ ਸੇਵਾ ਸੰਭਾਲ ਦਾ ਸਿਲਾ ਚੁਕਾਉਣ ਦੀ ਨੀਅਤ ਨਾਲ ਆਇਆ। ਇਉਂ ਘੇਰ ਕੇ ਬੇਪਤ ਕਰਕੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਤੂੰ ਇਹਨਾਂ ਦੀਆਂ ਬੇਵਕੂਫੀਆਂ ਤੇ ਮਿੱਟੀ ਪਾ ਤੇ ਮੇਰੀ ਗੱਲ ਸੁਣ ਤਹੱਮਲ ਨਾਲ। ਖੁਦਾਵੰਦ ਕਰੀਮ ਨੇ ਤੇਰੀ ਮੁਰਾਦ ਪੂਰੀ ਕੀਤੀ ਤੇ ਮੈਂ ਮਰਦੇ ਮਰਦੇ ਬਚ ਗਿਆ। ਹੁਣ ਮੇਰੀ ਮੁਰਾਦ ਪੂਰੀ ਕਰ। ਇੰਨਾ ਨਾ ਸ਼ੁਕਰਾਏ ਤੂੰ। ਨਹੀਂ 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 ਨਹੀਂ, ਤੂੰ ਗਲਤ ਸੋਚ ਰਹੀ ਹੈ। ਮੇਰੀ ਮੁਰਾਦ ਹੈ ਤੂੰ ਮੇਰੇ ਮਾਲਕ ਦੀ ਬੇਗਮ ਬਣ। ਕਿੱਥੇ ਧੱਕੇ ਖਾਂਦੀ ਫਿਰਦੀ ਐ ਨਾ ਜੰਗਲ ਬੇਲਿਆਂ 'ਚ ਹਕੂਮਤ ਦੇ ਬਾਗੀਆਂ ਨਾਲ। ਹੁਣ ਇਹਨਾਂ ਲਈ ਮੰਡੇ ਥੱਪਦੀ ਐ, ਫਿਰ ਦਰਬਾਰ ਵਿੱਚ 36 ਪਦਾਰਥ ਹੋਣਗੇ ਤੇਰੇ ਦਸਤਰਖਾਨ ਤੇ। ਇਹ ਦੇਖੀ ਸਵਾਦਾਂ ਲਈ ਨਹੀਂ ਬਖਸ਼ੀ ਅਕਾਲ ਪੁਰਖ ਨੇ। ਇਹ ਤੇ ਪਰਉਪਕਾਰ ਦਾ ਜ਼ਰੀਆ ਹੈ ਸੰਸਾਰ ਦੇ ਦੁਖੀਆਂ ਦਾ ਦੁੱਖ ਹਰਨ ਲਈ। ਸਤਿਗੁਰਾਂ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰ ਕੇ ਪੈਸਨ ਪਾਈ ਹੈ। ਇਹ ਖੁਦਾਵੰਦ ਕਰੀਮ, ਗੱਲ ਖਾਨੇ ਕਿਉਂ ਨਹੀਂ ਪੈਂਦੀ ਇਸ ਤਰੀਮਤ ਤੇ? ਮੇਰਾ ਰਾਹ ਛੱਡ ਤੇ ਜਾਣ ਦੇ ਮੈਨੂੰ। ਆਹੀ ਤੇ ਕਰ ਨਹੀਂ ਸਕਦਾ। ਯਾ ਖੁਦਾ, ਇਹ ਸਮਝਦੀ ਕਿਉਂ ਨਹੀਂ? ਮੈਂ ਫਕੀਰਨੀ ਨੂੰ ਰਾਣੀ ਬਣਾ ਰਿਹਾ, ਕਾਫਰ ਨੂੰ ਮੋਮਨ। ਤੂੰ ਕੀ ਜਾਣੇ ਕਾਫਰ ਤੇ ਮੋਮਨ ਦੇ ਮਾਇਨੇ? ਦੀਨ ਦਾ ਅਲਫਬੇ ਤਾਂ ਖਾਨੇ ਨਹੀਂ ਪਿਆ ਲੱਗਦਾ ਤੇਰੇ। ਦੀਨ ਦਾ ਪੱਕਾ ਮੁਸਲਮਾਨ ਹੋਰ ਜੋ ਮਰਜ਼ੀ ਹੋਵੇ, एहसान फरामोश कभी नहीं हो सकता। एहसान फरामोश नहीं आ मैं, नहीं आ मैं एहसान फरामोश। फिर जान दे मैनू। किवें जान देवां? इलाके दे हाकम नूं तेरे हुसन ने झल्ला कर छड्डिया, नहीं तो उन्होंने कोई घाटा थोड़ा बेगमां दा। 3600 लूरियां लैंदियां फिरदियां बेगम बन लई। तू अल्लाह दा कर्म ही जान कि वो तेरे ते मोहित हो गया। खुदा दा फरमान जान के बेगम बन जाओ दी। मेरे सिरों भी आसान लथे। इन्नी अकृत घंटा? ये अकृत घंटा नहीं है, नहीं है अकृत घंटा। तू इस नूं गलत ही आ या अल्लाह दा करम? मैं सच नवाब साहब नूं दस बैठा है।
ਹਾਲਾਂਕਿ ਖੋ ਖੜਨ ਲਈ ਝੱਟ ਉਤਾਵਲਾ ਹੋ ਗਿਆ ਸੀ। ਲੱਗਾ ਸੀ ਮੈਥੋਂ ਸਿੱਖਾਂ ਦਾ ਥੋ ਪਤਾ ਪੁੱਛਣ, ਪਰ ਮੈਂ ਦੱਸਿਆ ਨਹੀਂ। ਦੱਸਦਾ ਵੀ ਕਿਵੇਂ? ਤੈਨੂੰ ਪਤਾ ਹੀ ਨਹੀਂ ਸੀ। ਜੇ ਪਤਾ ਹੁੰਦਾ ਤੂੰ ਉਹ ਵੀ ਦੱਸ ਦੇਣਾ ਸੀ। ਸ਼ੁਕਰ ਹੈ ਅੱਖਾਂ ਤੇ ਪੱਟੀ ਬੰਨ ਕੇ ਪੜਾ ਤੋਂ ਦੂਰ ਛੱਡ ਆਏ ਸੀ। ਇਸੇ ਲਈ ਤਾਂ ਟੱਕਰਾਂ ਮਾਰਦਾ ਫਿਰਦਾ ਤੈਨੂੰ ਇੰਨੇ ਦਿਨਾਂ ਤੋਂ ਲੱਭਣ ਲਈ। ਐਸੇ ਜਗ੍ਹਾ ਤੋਂ ਲੈ ਕੇ ਗਏ ਸੀ ਨਾ ਮੈਨੂੰ ਆਪਣੇ ਪੜਾਅ ਤੇ। ਮਨ ਵਿੱਚ ਪੱਕਾ ਭਰੋਸਾ ਸੀ ਕਿ ਕਿਸੇ ਨਾ ਕਿਸੇ ਦਿਨ ਇੱਥੋਂ ਲੰਘੋਗੇ ਜ਼ਰੂਰ। ਹੈ ਤੇ ਅੱਲਾਹ ਤਾਲਾ ਦਾ ਕਰਮ ਹੈ ਕਿ ਤੂੰ ਆਪ ਟੱਕਰ ਗਈ ਤੇ ਉਹ ਵੀ ਇਕੱਲੀ। ਮਾਲਕ ਦੇ ਹੁਕਮ ਦਾ ਪਾਲਣ ਵੀ ਹੋ ਗਿਆ ਤੇ ਖੂਨ ਖਰਾਬਾ ਵੀ ਕੋਈ ਨਹੀਂ ਹੋਇਆ। ਦਫਾ ਕਰ ਆਪਣੇ ਮਾਲਕ ਨੂੰ, ਉਸ ਤੋਂ ਡਰ ਜੋ ਸਭ ਦਾ ਮਾਲਕ ਹੈ। ਕਿਵੇਂ ਕਰਾਂ ਹੀ ਤੇ ਕਰ ਨਹੀਂ ਸਕਦਾ। ਯਾ ਖੁਦਾ ਮਾਫ ਕਰੀ ਮੈਨੂੰ। ਫੜ ਲਓ ਮੈਨੂੰ ਤੇ ਲੱਜ ਲਓ ਹਕਮ ਦੇ ਮਹਿਲ। यूं सुंदरी कैतन हो गई, ओनू ले गई जालम ताड़ वे, दुनिया भी हुक्म दे चाटड़े, लागे मजहब विच पाड़ वे, यूं सुंदरी कैतन हो ਸੁੰਦਰੀ ਨੂੰ ਅਮੀਰ ਉਠਾ ਕੇ ਲੈ ਗਿਆ ਸਾਡੇ ਸਭ ਦੇ ਸਾਹਮਣੇ, ਉਸ ਹਾਕਮ ਲਈ ਜੋ ਇੱਕ ਵਾਰ ਖੁਦ ਵੀ ਲੈ ਗਿਆ ਸੀ, ਪਰ ਚੰਗੀ ਕਿਸਮਤ ਉਹ ਬਚ ਗਈ। ਇਹ ਅਮੀਰ ਤੇ ਇਲਾਕੇ ਦਾ ਹਾਕਮ ਬਹੁਤ ਛੋਟੇ ਲੋਕ ਨੇ, ਹਕੂਮਤੀ ਮਸ਼ੀਨ ਦੇ ਨਿੱਕੇ ਜਿਹੇ ਪੁਰਜੇ। ਕਈ ਵੱਡੇ ਵੀ ਨੇ, ਜਿਵੇਂ ਦੀਵਾਨ ਲਖਪਤ ਰਾਏ, ਦੀਵਾਨ ਕੌੜਾ ਮੱਲ। ਕਿਉਂ ਦਰਸ਼ਕੋ, ਦੋਵਾਂ ਦੇ ਨਾਮ ਸੁਣ ਕੇ ਹੈਰਾਨ ਤਾਂ ਨਹੀਂ ਹੋਏ? ਅਸੀਂ ਤਾਂ ਬੜੇ ਹੋਏ ਸਾਂ ਜਦੋਂ ਪਹਿਲੀ ਵਾਰ ਪੜ੍ਹ ਸੁਣ ਰਹੇ ਸਾਂ ਮੁਗਲ ਦਰਬਾਰ ਦੇ ਇਹਨਾਂ ਦੋਨਾਂ ਦੀਵਾਨਾਂ ਬਾਰੇ। ਫੇਰ ਸਮਝ ਆਈ ਕਿ ਹਕੂਮਤਾਂ ਦੇ ਕਾਰੋਬਾਰ ਤਾਂ ਇਦਾਂ ਹੀ ਚੱਲਦੇ ਨੇ, ਇਹ ਵੀ ਇੱਕੋ ਜਿਹੇ ਨਹੀਂ, ਬਹੁਤ ਵੱਖਰੇ ਨੇ। ਪਰ ਦੱਸਾਂਗੇ ਨਾਟਕ ਦੀ ਸ਼ਕਲ ਵਿੱਚ, ਤੇ ਲੈ ਚੱਲਦੇ ਹਾਂ ਲਾਹੌਰ ਸ਼ਹਿਰ। ਲਖਪਤ ਦੀ ਨਿਗਾਹ ਕੁਲਛਣੀ ਸੀ ਜਦੋਂ ਵਿੱਚ ਬਾਜ਼ਾਰਾਂ ਤੱਕ ਗਈ। ਅੰਨੀ ਅੱਖ ਦੇ ਵਿੱਚ ਸੀ ਖੂਨ ਆਇਆ, ਉਹਦੀ ਮੱਤ ਵੀ ਸੋਚਣੋਂ ਚੱਕ ਗਈ। ਉਹਦੀ ਮੱਤ ਵੀ ਸੋਚਣੋਂ ਚੱਕ ਗਈ। ਉਹਦੀ ਮੱਤ ਵੀ ਸੋਚਣੋਂ ਚੱਕ ਗਈ। ਹਲੇ ਤੋੜੀ ਵੀ ਸਿੱਖ ਤੁਰੇ ਫਿਰਦੇ ਨੇ ਲਾਹੌਰ ਦੀਆਂ ਗਲੀਆਂ ਬਾਜ਼ਾਰਾਂ 'ਚ। ਸਪਾਈਓ ਫੜ ਲਿਆਓ ਸਾਹਮਣੇ ਫਿਰਦੇ ਸਿੱਖ ਨੂੰ ਪਰਿਵਾਰ ਸਮੇਤ। ਜੀ ਹਜ਼ੂਰ। ਜਲਦੀ। ਇਹਨਾਂ ਸਿੱਖਾਂ ਨੂੰ ਸਬਕ ਸਿਖਾਉਣਾ ਹੀ ਮੇਰਾ ਅਸਲੀ ਧਰਮ ਹੈ, ਜਿਨ੍ਹਾਂ ਮੇਰੇ ਭਰਾ ਦਾ ਕਤਲ ਕੀਤਾ ਹੈ। ਕੌਣ ਆ ਤੂੰ? ਗੁਰੂ ਦਾ ਸਿੱਖ ਹਾਂ। ਇਹ ਪਛਾਣਦੇ ਹੀ ਤਾਂ ਫੜ ਲਿਆਏ ਨੇ ਤੁਹਾਡੇ ਹੁਕਮ ਦੇ ਗੁਲਾਮ। ਮੈਂ ਨਾ ਪੁੱਛਿਆ ਤੇਰਾ। ਦਾਸ ਨੂੰ ਹਰਕੀਰਤ ਸਿੰਘ ਆਖਦੇ ਨੇ। ਓ ਤਾਂ ਤੂੰ ਹੈ ਹਰਕੀਰਤ ਸਿੰਘ, ਜ਼ਰੀ ਸ਼ਬਦਾਂ ਦਾ ਰਚੇਤਾ, ਜਿਨ੍ਹਾਂ ਨੂੰ ਪੜ੍ਹ ਸੁਣ ਕੇ ਸਿੱਖ ਚੁੱਕ ਲੈਂਦੇ ਨੇ ਤਲਵਾਰ ਹਕੂਮਤ ਦੇ ਖਿਲਾਫ। ਮੈਂ ਬਾਟੇ ਵਿੱਚ ਘੁਲੇ ਮਾਤਾ ਸਾਹਿਬ ਦੇਵਾ ਦੇ ਪਤਾਸਿਆਂ ਦੇ ਅਰਥ ਵੀ ਸਮਝਾਉਣਾ ਲਖਪਤ ਰਾਏ, ਤਾਂ ਕਿ ਗੁਰੂ ਦੇ ਸਿੰਘ ਦੀ ਕਿਰਪਾਨ ਚੋਂ ਸਦਾ ਕਿਰਪਾ ਵਰਸਦੀ ਰਹੇ। ਲਖਪਤ ਰਾਏ ਨੂੰ ਪਰਮਾਨਾ ਹਰਕੀਰਤ ਸਿੰਘ, ਤੇਰੇ ਪਤਾਸੇ ਤਾਂ ਕੀੜਿਆਂ ਦੇ ਭੌਣ ਨੂੰ ਸੱਦਾ ਦੇਣ ਲਈ ਨੇ। ਜੇ ਮੈਂ ਕੀੜਿਆਂ ਦੇ ਭੌਣ ਨੂੰ ਪੈਰਾਂ ਹੇਠ ਮਿੱਧਣਾ ਨਾ ਦਿੱਤਾ ਤਾਂ ਮੈਨੂੰ ਵੀ ਲਖਪਤ ਰਾਏ ਕੌਣ ਕਹੂਗਾ? ਪੈਰਾਂ ਹੇਠ ਮਿੱਧਿਆ ਕੀੜਾ ਵੀ ਜਦੋਂ ਚੱਕ ਭਰ ਲੈਂਦਾ ਨਾ ਲਖਪਤ ਰਾਏ, ਸਿਰ ਭਾਵੇਂ ਧੜ ਨਾਲੋਂ ਵੱਖ ਹੋ ਜਾਵੇ ਪਰ ਦੰਦੀ ਢਿੱਲੀ ਨਹੀਂ ਪੈਣ ਦਿੰਦਾ। ਫਿਰ ਸਿੰਘ ਤਾਂ ਹੁੰਦੇ ਹੀ ਬਹਾਦਰ ਨੇ, ਜ਼ੁਲਮਾਂ ਦੀ ਜੜ ਪੁੱਟਣ ਵਾਲੇ ਜੁਝਾਰੂ। ਇਹੀ ਹੁਕਮ ਹੈ ਮੇਰੇ ਗੁਰੂ ਪਾਤਸ਼ਾਹ ਦਾ, ਸਿੰਘਨ ਕੀ ਜਾਤ ਲਈ। ਤੇਰੇ ਭਾਸ਼ਣਾਂ ਦੇ ਕਮਲੇ ਕਿਤੇ ਬਥੇਰੇ ਮੂਰਖ ਵੇਖੇ ਨੇ ਮੈਂ ਜਾਨਾਂ ਗਵਾਉਂਦੇ, ਪਰ ਪਤਾ ਤਾਂ ਹੁਣ ਲੱਗੂ ਜਦੋਂ ਤੇਰੀ ਆਪਣੀ ਜਾਨ ਤੇ ਬਣੀ। ਜਾਨ ਤਾਂ ਸਿੰਘ ਸੱਜਦੇ ਹੀ ਗੁਰੂ ਦੀ ਹੋ ਜਾਂਦੀ ਹੈ। ਤੂੰ ਕਸੂਰ ਦੱਸ ਜਿਸ ਬਦਲੇ ਜਾਨ ਲੈਣ ਦੀ ਤਾਰੀ ਬੈਠਾ। ਕਸੂਰ? ਤੇਰਾ ਸਭ ਤੋਂ ਵੱਡਾ ਕਸੂਰ ਹੈ ਸਿੱਖ ਹੋਣਾ। ਜੇ ਜਾਨ ਚਾਹੀਦੀ ਤਾਂ ਧਰਮ ਤੋਂ ਤੋਬਾ ਕਰ ਲੈ, ਹੋਰ ਕੋਈ ਹਿੱਲਾ ਨਹੀਂ ਤੇਰੀ ਜਾਨ ਦੀ ਖਲਾਸੀ ਦਾ। ਫਿਰ ਤਾਂ ਆਪਣੇ ਕਹੇ ਨੂੰ ਹੀ ਸੱਤ ਬਚਨ ਸਮਝ ਲੈ ਲਖਪਤ ਰਾਏ।
ਸਿੱਖ ਦਾ ਤਨ ਮਨ ਤਨ ਸਭ ਉਸ ਗੁਰੂ ਪਾਤਸ਼ਾਹ ਦੀ ਦੇਣ ਹੈ। ਪਰ ਭੁੱਲੀ ਨਾ, ਇਹ ਨਿਆਂ ਨਾ ਇਸਲਾਮ ਹੈ ਨਾ ਖੱਤਰੀ ਧਰਮ। ਮੈਨੂੰ ਧਰਮ ਦਾ ਪਾਠ ਨਾ ਪੜਾ ਹਰਕਿਰਤ ਸਿੰਘ। ਤੂੰ ਆਪਣੀ ਗੱਲ ਕਰ, ਸਿੱਖੀ ਛੱਡੇਗਾ ਜਾਂ ਨਹੀਂ? ਕਿਉਂ ਛੱਡਾਂਗਾ? ਸਿੱਖ ਨਾ ਆਪਣਾ ਧਰਮ ਛੱਡਦਾ ਹੈ ਤੇ ਨਾ ਕਿਸੇ ਨੂੰ ਛੱਡਣ ਲਈ ਮਜਬੂਰ ਕਰਦਾ ਹੈ। ਇਹੋ ਜਿਹੇ ਬਚਨ ਤਾਂ ਸਿੱਖ ਦੇ ਕੰਨੀ ਤੱਕ ਨਾ ਪਾਇਓ। ਇਹ ਔਰਤ ਤੇ ਬੱਚਾ ਤੇਰੇ ਹੀ ਹੈ ਨਾ? ਹਾਂ, ਇਹ ਸਿੰਘਣੀ ਤੇ ਭੁਚੰਗੀ ਮੇਰਾ ਹੀ ਹੈ ਤੇ ਇਹ ਵੀ ਲੱਗਣਗੇ ਧਰਮ ਦੇ ਲੇਖੇ। ਮਤਲਬ ਤੇਰੇ ਕਹੇ ਤੋਂ ਬੇਕਾਰ ਹੀ ਕੁਰਬਾਨ ਹੋ ਜਾਣਗੇ? ਇਹਨਾਂ ਦੀ ਆਪਣੀ ਕੋਈ ਮਰਜ਼ੀ ਨਹੀਂ ਹੋਏਗੀ? ਇਹ ਤਾਂ ਧੱਕਾ ਸਿੰਘ ਸਾਹਿਬ ਮਾਸੂਮ ਜਾਨਾਂ ਉੱਤੇ। ਜੇ ਤਾਂ ਵਿਛੜ ਗਿਆ ਵਾਹਿਗੁਰੂ ਤੋਂ ਤਾਂ ਇਸ ਦਾ ਧੱਕਾ ਹੈ, ਪਰ ਜੇ ਜੁੜਿਆ ਸਤਿਗੁਰਾਂ ਨਾਲ ਤਾਂ ਧੱਕੇ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਸੱਚਾ ਸਿੱਖ ਤਨੋਂ ਮਨੋਂ ਇੱਕ ਸੁਰ ਹੁੰਦਾ ਲਖਪਤ ਰਾਏ। ਜੇ ਮੈਦਾਨੇ ਜੰਗ ਵਿੱਚ ਹੋਵੇ ਤਾਂ ਜੂਝਦਾ, ਜੇ ਘਿਰ ਜਾਵੇ ਜ਼ਾਲਮ ਦੇ ਪੰਜੇ ਵਿੱਚ ਤਾਂ ਹੱਸ ਕੇ ਕੁਰਬਾਨ ਹੋ ਜਾਂਦਾ। ਗੱਲਾਂ ਨਾਲ ਤੇ ਹਰ ਕੋਈ ਦਲੇਰ ਦੱਸਦਾ ਹੈ, ਪਰ ਮੌਤ ਬਹੁਤ ਬੁਰੀ ਜ਼ਾਲਮ ਹੈ। ਧਰਮਹੀਣ ਹੋ ਕੇ ਜੀਣ ਤੋਂ ਵੱਧ ਬੁਰੀ ਨਹੀਂ ਹੈ। ਠੀਕ ਹੈ, ਤੂੰ ਕਰ ਆਪਣੇ ਧਰਮ ਦੀ ਪਾਲਣਾ। ਸਪਾਇਓ, ਇਹ ਸਿੱਖ ਦਾ ਸਿਰ ਕਲਮ ਕਰ ਦਿਓ। ਪਹਿਲਾਂ ਸਾਨੂੰ ਮਰਵਾ ਛੱਡ ਲਖਪਤ ਰਾਏ, ਤੈਨੂੰ 100 ਗਊਆਂ ਦਾ ਪੁੰਨ ਲੱਗੂ। ਮੈਂ ਦਰਬਾਰ ਦਾ ਦੀਵਾਨ ਆ ਬੇਬੇ, ਤੇ ਦੀਵਾਨੇ ਖਾਸ ਬਣਨਾ ਚਾਹਣਾ। ਇਹ 100 ਗਊਆਂ ਦੇ ਪੁੰਨ ਲਈ ਸਵਰਗਾਂ ਤੱਕ ਇੰਤਜ਼ਾਰ ਕੌਣ ਕਰੇ? ਮੈਂ ਤਾਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਸਿੱਖ ਰਿਹਾ ਤੋਂ। ਉਹ ਮੈਦਾਨੇ ਜੰਗ ਵਿੱਚ ਮਾਰਿਆ ਗਿਆ ਸੀ ਲਖਪਤ ਰਾਏ, ਲੜਦਾ ਹੋਇਆ ਬਹਾਦਰਾਂ ਵਾਂਗ। ਇਉਂ ਸਜ਼ਾ ਦੇਣੀ ਕੋਈ ਬਹਾਦਰੀ ਨਹੀਂ ਹੁੰਦੀ। ਜੇ ਹਿੰਮਤ ਹੈ ਤਾਂ ਲੜਦੇ ਹੋਏ ਸਿੰਘਾਂ ਦਾ ਟੱਕਰਾ ਕਰ। ਇਹ ਤਾਂ ਕਲਮ ਦਾ ਸਿਪਾਹੀ ਹੈ, ਜਿਹਦਾ ਸਿਰ ਕਲਮ ਕਰਨ ਦੀ ਸੋਚੀ ਬੈਠਾ ਹੈ। ਕਲਮ ਦੀ ਸੁਣ ਭਲੀਏ ਲੋਕੇ, ਕਲਮ ਹਥਿਆਰ ਨਹੀਂ ਹੁੰਦੀ, ਉਹਨਾਂ ਸੰਗ ਭਿੜ ਨਹੀਂ ਸਕਦੀ। ਭਲਾ ਫਿਰ ਕਲਮ ਦੇ ਸਾਵੇ ਕਿਉਂ ਸ਼ਸਤਰ ਡੋਲ ਜਾਂਦੇ ਨੇ? ਇਹ ਤਾਂ ਹੁਣੇ ਹੀ ਪਤਾ ਚੱਲ ਜਾਏਗਾ, ਕਲਮ ਦਾ ਵੀ ਤੇ ਕਲਮ ਵਾਲੇ ਦਾ ਵੀ। ਇਸ ਕਲਮ ਵਾਲੇ ਦੀ ਛੱਡ ਲਖਪਤ ਰਾਏ, ਤੂੰ ਕਲਮ ਦਾ ਕਮਾਲ ਵੇਖ। ਕਬੀਰਾ ਜਿਤ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੈ ਪਾਈਐ ਪੂਰਨ ਪਰਮਾਨੰਦ। ਨਹੀਂ ਸਿੰਘ ਜੀ, ਮੈਨੂੰ ਭੁਜੰਗੀ ਦਾ ਗਲਾ ਘੋਟਣ ਦਿਓ ਤੇ ਤੁਸੀਂ ਮੇਰਾ ਘੋਟ ਦਿਓ। ਤੁਹਾਨੂੰ ਤਾਂ ਇਹਨਾਂ ਜ਼ਾਲਮਾਂ ਨੇ ਮਾਰ ਹੀ ਦੇਣਾ। ਸਾਡੇ ਮਰਨ ਪਿੱਛੋਂ ਤੁਹਾਨੂੰ ਆਪਣੇ ਸਵਾਮੀ ਦੀ ਸ਼ਰਨ ਵਿੱਚ ਰਹਿਣਾ ਤਾਂ ਆਸਾਨ ਹੋਵੇਗਾ। ਭਾਈਓ, ਇੱਥੇ ਫੜ ਲਿਓ ਇਸ ਨਾਗ ਦੇ ਬੱਚੇ ਨੂੰ। ਨਹੀਂ ਨਹੀਂ ਨਹੀਂ। ਇੱਧਰ ਵੇਖ ਮੇਰੇ ਵੱਲ, ਬੋਲ, ਛੱਡੇਗਾ ਆਪਣਾ ਧਰਮ? ਨਹੀਂ, ਬਿਲਕੁਲ ਨਹੀਂ। ਖਤਮ ਕਰ ਦਿਆ ਓਏ ਸਪੋਲੀਏ ਨੂੰ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਇਹਨਾਂ ਦੋਵਾਂ ਨੂੰ ਵੀ ਖਤਮ ਕਰ ਦਿਓ। ਹਰ ਕੀਰਤ ਸਿੰਘ ਦੀ ਕੀਰਤੀ ਹੁਣ ਜਾਣੇ ਕੁੱਲ ਜਹਾਨ। ਉਹ ਗੁਣ ਗਿਆਨੀ ਸੂਰਮਾ ਬਣ ਗਿਆ ਸਿਦਕ ਦੀ ਸ਼ਾਨ। ਉਹ ਸਿਦਕ ਨਿਭਾਵਣ ਵਾਲੜਾ ਕਿੱਥੋਂ ਮਿਲਦਾ ਬੰਦਿਆ ਤਾਨ। ਉਹ ਸਿਦਕ ਨਿਭਾਵਣ ਵਾਲੜੇ ਲੱਭ ਲੈਣ ਸਿਦਕ ਦੀ ਖਾਨ, ਲੱਭ ਲੈਣ ਸਿਦਕ ਦੀ ਖਾਨ। ਹਰਕੀਰਤ ਸਿੰਘ ਪਰਿਵਾਰ ਸਮੇਤ ਸ਼ਹਾਦਤ ਦਾ ਜਾਮ ਪੀ ਗਏ। ਤਾਕਤ ਦੇ ਨਸ਼ੇ ਵਿੱਚ ਅੰਨੇ ਲਖਪਤ ਰਾਏ ਲਈ ਇਹ ਸਭ ਕੁਝ ਕਾਫੀ ਨਹੀਂ ਸੀ। ਹਜ਼ੂਰ, 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 ਹਰਕਿਰਤ ਸਿੰਘ ਦੇ ਪਰਿਵਾਰ ਵਾਲੇ ਉਹਨਾਂ ਦੀ ਲਾਸ਼ਾਂ ਲੈਣ ਆਏ ਨੇ। ਮੇਰੇ ਭਰਾ ਦੇ ਕਾਤਲਾਂ ਦੀਆਂ ਲਾਸ਼ਾਂ ਭਾਲਦੇ ਨੇ। ਖਤਮ ਕਰ ਦਿਓ ਉਹਨਾਂ ਨੂੰ ਵੀ। ਜੀ ਹਜ਼ੂਰ। ਮੇਰੇ ਭਰਾ ਦੇ ਕਾਤਲਾਂ ਦੀਆਂ ਲਾਸ਼ਾਂ ਭਾਲਦੇ ਨੇ। ਕਾਵਾਂ ਕੁੱਤਿਆਂ ਦੇ ਹਵਾਲੇ ਭਾਵੇਂ ਕਰਦਾ, ਪਰ ਤੁਹਾਨੂੰ ਨਹੀਂ ਦਿੰਦਾ ਦਾਹ ਸੰਸਕਾਰ ਕਰਨ ਲਈ।
ਹਾਲੇ ਤਾਂ ਮੈਂ ਅੰਮ੍ਰਿਤਸਰ ਆ ਰਿਹਾ ਹਾਂ ਗੁਰਪੁਰਬ ਦੇ ਦਿਨੀ ਤੁਹਾਨੂੰ ਪੁੱਤਰੇ ਹੋਏ ਸਾਨਾਂ ਨੂੰ ਸਬਕ ਸਿਖਾਉਣ ਲਈ। ਰਾਗ ਧਨਾਸਰੀ ਮਹਲਾ ਪਹਿਲਾ ਗगन महताल रव चंद दीपक बने तारका मंडल जनक मोती धूप मलवान लो पवन जबरो। ਹੱਦ ਹੋ ਗਈ ਯਾਰ ਇਹਨਾਂ ਵਾਲੀ ਵੀ। ਘਰੋਂ ਘਰੀ ਜਾ ਕੇ ਆਖ ਆਇਆ ਕਿ ਲਖਪਤ ਰਾਏ ਤੁਹਾਨੂੰ ਕਤਲ ਕਰਾਏਗਾ, ਪਰ ਇਹ ਲੋਕ ਫਿਰ ਵੀ ਨਹੀਂ ਟਲਦੇ। ਖਾਦਾ ਮਨ ਮੰਨਦਾ ਹੀ ਨਹੀਂ ਦੀਵਾਨ ਜੀ ਕਿ ਕੋਈ ਹਿੰਦੂ ਖੱਤਰੀ ਵੀ ਉਹ ਕਤਲਿਆਂ ਮਚਾ ਸਕਦਾ ਹੈ। ਜੇ ਕਿਸੇ ਮੁਗਲ ਦਾ ਭੈ ਦਿੰਦੇ ਖਬਰੇ ਭੋਰਾ ਮਸਾ ਸਹਿਮ ਹੀ ਜਾਂਦੇ। ਫਿਰ ਹੁਣ ਕੀ ਕਰੀਏ? ਮੈਂ ਹੀ ਜਾਵਾਂ ਤੇ ਸਮਝਾਵਾਂ ਉਸ ਮੂਰਖ ਨੂੰ। ਮੈਂ ਆਪਣੇ ਭਰਾ ਦੇ ਕਾਤਲਾਂ ਦਾ ਸਫਾਇਆ ਕਰਨ ਦੀ ਧਾਰ ਚੁੱਕਾਂ ਦੀਵਾਨ ਕੋੜਾਮਲ। ਲਖਪਤ ਰਾਏ, ਤੇਰੇ ਭਰਾ ਦੇ ਮਾਰੇ ਜਾਣ ਦਾ ਦੁੱਖ ਸਾਨੂੰ ਸਭ ਨੂੰ ਆ, ਪਰ ਇਉਂ ਆਪਣੀਆਂ ਬਾਹਾਂ ਵੱਢ ਸੁੱਟਣਾ ਇਹ ਕੋਈ ਅਕਲਮੰਦੀ ਨਹੀਂ। ਸਿੱਖ? ਇਹ ਸਿੱਖ ਸਾਡੀਆਂ ਬਾਹਾਂ ਨੇ? ਦੁਸ਼ਮਣ ਨੇ ਸਾਡੇ ਦੁਸ਼ਮਣ ਹਕੂਮਤ ਦੇ ਬਾਗੀ। ਹਾਂ, ਬਾਗੀ ਨੇ ਹਕੂਮਤ ਦੇ ਹਥਿਆਰਬੰਦ ਬਾਗੀ। ਇਹਨਾਂ ਕੋਲੋਂ ਕੋਈ ਸਿੱਖ ਲਖਪਤ ਰਾਏ ਇਹ ਕਦੇ ਵੀ ਨਿਰਦੋਸ਼ਾਂ ਦਾ ਕਤਲ ਨਹੀਂ ਕਰਦੇ। ਜਸਪਤ ਵੀ ਜੰਗ ਦੇ ਲੇਖੇ ਲੱਗਿਆ ਹੈ। ਉਂਝ ਵੀ ਧਰਮ ਯੁੱਧ ਧਰਮਾਂ ਵਿਚਾਲੇ ਨਹੀਂ, ਨੇਕੀ ਤੇ ਬਦੀ ਵਿਚਾਲੇ ਲੜਿਆ ਜਾਂਦਾ ਹੈ। ਨਹੀਂ ਤਾਂ ਤੂੰ ਆਪ ਸੋਚ, ਮੁਹੰਮਦ ਸਾਹਿਬ ਤੇ ਬਾਬੇ ਨਾਨਕ ਨੂੰ ਆਪੋ ਵਿੱਚ ਲੜਾ ਸਕਦਾ ਕੋਈ? ਇੱਕ ਕਹਿੰਦਾ ਹੈ ਜੇ ਤੁਹਾਡਾ ਗੁਆਂਢੀ ਭੁੱਖਾ ਹੈ ਤਾਂ ਤੁਹਾਡੇ ਸਭ ਪਕਵਾਨ ਹਰਾਮ ਹੋ ਜਾਂਦੇ ਨੇ, ਤੇ ਦੂਜਾ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਸੰਦੇਸ਼ ਦੇ ਰਿਹਾ ਲਖਪਤ ਰਾਏ। ਮੈਂ ਕੋਈ ਧਰਮ ਯੁੱਧ ਨਹੀਂ ਲੜ ਰਿਹਾ ਕੋੜਾਮਲ। ਮੈਂ ਸਿਰਫ ਕਾਤਲਾਂ ਨਾਲ ਸਿੱਝ ਰਿਹਾ, ਆਪਣੇ ਭਰਾ ਦੇ ਕਾਤਲਾਂ ਨਾਲ। ਕਾਤਲਾਂ ਨਾਲ ਸਿੰਝੋ, ਬੇਸ਼ੱਕ ਬੇਦਰਦੀ ਨਾਲ ਸਿੰਝੋ, ਕੋਈ ਇਤਰਾਜ਼ ਨਹੀਂ ਕਰੇਗਾ, ਪਰ ਇਉਂ ਛੋਟੇ ਛੋਟੇ ਬਾਲਾਂ ਤੇ ਤੀਮਿਆਂ ਨੂੰ ਮਾਰਨਾ ਇਹ ਸੁਦਾ ਜ਼ੁਲਮ ਹੈ ਲਖਪਤ ਰਾਏ। ਉਹ ਜੰਗਲਾਂ ਦੇ ਚੱਲਾਂ ਚ ਲੁਕੇ ਰਹਿਣ ਤੇ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਖਸ਼ ਦਿਆਂ। ਇਹੋ ਜੀ ਮਾਤੂ ਨਾਈ ਦੇ ਮੈਨੂੰ। ਇਉਂ ਦਾਤਰੀ ਫੜ ਕੇ ਬੜਾਂਗਾ ਕਰੀ ਜਾਣਾ ਇਹ ਵੀ ਕੋਈ ਅਕਲਮੰਦੀ ਨਹੀਂ। ਪਰ ਬਦਲਾ ਲੈ ਕੇ ਮਨ ਨੂੰ ਸ਼ਾਂਤੀ ਤਾਂ ਮਿਲੇਗੀ। ਸ਼ਾਂਤੀ? ਇਸ ਰਸਤੇ ਸ਼ਾਂਤੀ ਨਹੀਂ ਲਖਪਤ ਰਾਏ। ਅਸੀਂ ਮੁਗਲ ਦਰਬਾਰ ਦੇ ਸੇਵਾਦਾਰਾਂ, ਤਨਖਾਹਦਾਰ ਕਰਿੰਦੇ। ਅਸੀਂ ਕਤਲੇਆਮ ਦਾ ਤਮਾਸ਼ਾ ਨਹੀਂ ਰਚਾ ਸਕਦੇ ਤੇ ਨਾ ਹੀ ਤਮਾਸ਼ਬੀਨ ਬਣ ਕੇ ਵੇਖ ਸਕਦੇ ਹਾਂ। ਇਸ ਨਾਲ ਹਕੂਮਤ ਦਾ ਵਕਾਰ ਦਾਅ ਤੇ ਲੱਗਦਾ ਹੈ, ਬਾਜੀ ਪੁੱਠੀ ਪੈ ਸਕਦੀ ਹੈ। ਬਸ ਐਨੀ ਗੱਲ ਸਮਝ ਲਓ ਕਿ ਮੁਗਲ ਦਰਬਾਰ ਨਹੀਂ ਚਾਹੁੰਦਾ ਕਿ ਲੱਖ ਤਰਕੀਬਾਂ ਨਾਲ ਭਰੇ ਖਜ਼ਾਨੇ ਗੋਲਾ ਬਰੂਦ ਦੇ ਰਾਹ ਤੇ ਸੜ ਕੇ ਸੁਆਹ ਹੋ ਜਾਣ। ਸਾਡੀ ਅਸਲ ਜ਼ਿੰਮੇਵਾਰੀ ਹਕੂਮਤ ਦੇ ਹਿੱਤਾਂ ਦੀ ਪਾਲਣਾ ਕਰਨਾ ਹੈ ਲਖਪਤ ਰਾਏ। ਠੀਕ ਹੈ, ਤੁਹਾਡੇ ਕਹਿਣ ਤੇ ਮੈਂ ਆਪਣੇ ਅਹਿਲਕਾਰਾਂ ਨੂੰ ਇਹ ਹੁਕਮ ਦੇ ਦਿੰਦਾ ਕਿ ਕਿਸੇ ਵੀ ਸਿੱਖ ਦਾ ਕਤਲ ਨਾ ਕੀਤਾ ਜਾਏ। ਕਿਸੇ ਵੀ ਸਿੱਖ ਦਾ ਕਤਲ ਨਾ ਕੀਤਾ ਜਾਏ, ਕਿਸੇ ਵੀ ਸਿੱਖ ਦਾ। ਸ਼ੁਕਰੀਆ ਦੀਵਾਨ ਜੀ, ਬਹੁਤ ਬਹੁਤ ਸ਼ੁਕਰੀਆ। ਕਿਉਂ ਦਰਸ਼ਕੋ, ਤੁਹਾਨੂੰ ਕੀ ਲੱਗਦਾ ਕਿ ਲਖਪਤ ਰਾਏ ਨੇ ਸਾਡੀ ਗੱਲ ਮੰਨ ਲਈ ਆ? ਨਹੀਂ, ਕਾਨੂੰਨ ਮੰਨਦਾ ਦੀਵਾਨ ਲਖਪਤ ਰਾਏ ਇਸ ਦੀਵਾਨ ਕੌੜਾਮਲ ਦੀ ਉਹੀ ਹੋਇਆ ਜਿਸ ਦਾ ਡਰ ਸੀ ਨਿਰਦੋਸ਼ੇ ਸਿੱਖ ਕਤਲ ਹੋਏ, ਜਿਨ੍ਹਾਂ ਦਾ ਨਾ ਜੰਗਲੀ ਲੋਕੇ ਛਾਪਾ ਮਾਰ ਸਿੰਘਾਂ ਨਾਲ ਸਮਾਨ ਸੀ ਤੇ ਨਾ ਹੀ ਲਾਹੌਰ ਦਰਬਾਰ ਨਾਲ ਕੋਈ ਦੁਸ਼ਮਣੀ। ਅਗਰ ਸੀ ਤਾਂ ਗੁਰੂ ਸਾਹਿਬਾਨ ਪ੍ਰਤੀ ਸੱਚੀ ਆਸਥਾ ਗੁਨਾਹ ਬਣ ਜਾਏ ਤੇ ਜਨੂਨ ਬਣ ਜਾਏ। ਇਹ ਧਰਮ ਦੀ ਰਾਖੀ ਦੀ ਅੰਨੀ ਤਲਵਾਰ। ਇਹ ਇਤਿਹਾਸ ਦਾ ਕਾਲਾ ਦੌਰ ਹੁੰਦਾ ਹੈ ਤੇ ਅਸੀਂ ਹਾਂ ਇਸ ਕਾਲੇ ਦੌਰ ਦੇ ਚਸ਼ਮਦੀਦ ਗਵਾਹ। ਆਖਰ ਲਖਪਤ ਰਾਏ ਨੂੰ ਤਕਲੀਫ ਕੀ ਆ ਸਿੰਘਾਂ ਨਾਲ? ਕੋਈ ਵੀ ਹੋਵੇ, ਪਰ ਲੱਗਦਾ ਤਾਂ ਇਹੀ ਹੈ ਕਿ ਸਾਨੂੰ ਵੀ ਘਾਣ ਬੱਚਾ ਘਾਣ ਕਰਨ ਦਾ ਦਾਇਆ ਮੰਨਣਾ ਹੀ ਪੈਣਾ। ਤਾਂ ਹੀ ਮਤ ਆਊ ਇਹਦੇ ਜ਼ਾਲਮ ਨੂੰ। ਨਹੀਂ ਸਿੰਘ ਜੀ, ਤੈਸ ਚਾਹ ਕੇ ਅਸੀਂ ਧਰਮ ਦਾ ਸਤਿਆਨਾਸ਼ ਨਹੀਂ ਕਰਨਾ। ਜੇ ਸਿੰਘ ਵੀ ਮਾਸੂਮਾਂ ਦਾ ਕਤਲ ਕਰਨਗੇ ਇਹਨਾਂ ਮੂਰਖਾਂ ਵਾਂਗ ਤਾਂ ਕੀ ਫਰਕ ਰਹਿ ਜਾਊਗਾ ਇੱਕ ਗੁਰੂ ਦੇ ਸਿੰਘ ਤੇ ਵਜੀਦ ਖਾਨ ਵਿੱਚ? ਲਖਪਤ ਰਾਏ ਨੇ ਹਰ ਤਰਫ ਘਮਾਸਾਨ ਚੌਦੇ ਮਚਾ ਰੱਖੀ ਹੈ। ਸਿੰਘਾਂ ਨੂੰ ਲੁਕਣ ਗਾਹਾਂ ਤੋਂ ਕੱਢ ਕੇ ਕਤਲ ਕਰਵਾ ਰਿਹਾ ਜ਼ਾਲਮ, ਤੇ ਖਾਲਸਾ ਉਤਾਂ ਪਹਾੜਾਂ ਵੰਨੀ ਜਾ ਰਿਹਾ। ਫਿਰ ਕਰੀਏ ਤਾਂ ਕਰੀਏ ਕਿ ਸਿੰਘ ਜੀ? ਫਿਲਹਾਲ ਤਾਂ ਕਾਨੂੰਵਾਲ ਦੇ ਛੰਭ ਹੇਠ ਸਿਰ ਲੁਕਾਉਣ ਦਾ ਹੁਕਮ ਹੋਇਆ ਖਾਲਸੇ ਨੂੰ। ਕੋਈ ਸਾਂਝੀ ਮੁਹਿੰਮ ਸਰ ਕਰਨ ਦਾ ਪੈਂਤੜਾ ਮੰਨਣਾ ਪੈਣਾ। ਪਰ ਜਥੇਦਾਰ ਜੀ, ਇਹਨਾਂ ਹਾਲਾਤਾਂ ਵਿੱਚ ਸਿੰਘ ਉੱਥੇ ਪਹੁੰਚਣਗੇ ਕਿਵੇਂ?
ਫਿਲਹਾਲ ਤਾਂ ਦੇਸ਼ ਦੇ ਵਿੱਚੋਂ ਵਿੱਚ ਹੋ ਚੱਲਦੇ ਆ। ਤੁਰਕ ਥੋੜੇ ਵਿਸਲੇ ਨੇ ਇਸ ਪਾਸੇ, ਫਿਰ ਅੱਗੋਂ ਬਣੋ ਬਣੀ ਚੱਲਣਾ ਪਊ। ਠੀਕ ਹੈ ਜਥੇਦਾਰ ਜੀ। ਵੀਰ ਜੀ ਵੀਰ ਜੀ ਵੀਰ ਜੀ ਵੀਰ ਜੀ ਸੁੰਦਰੀ ਕਿਤੇ ਨਹੀਂ ਦਿਖਾਈ ਦੇ ਰਹੀ। ਦੇਖੋ ਜਾ ਕੇ ਸਾਰੇ। ਮੈਂ ਸਭ ਕਿਤੇ ਦੇਖ ਲਿਆ ਵੀਰ ਜੀ, ਉਹ ਤਾਂ ਸਵੇਰ ਦੀ ਨਹੀਂ ਦਿਸੀ। ਅੱਛੇ ਬਾਦਸ਼ਾਹ ਮਿਹਰ ਕਰੇ। ਅੱਲਾ ਵਾਲਿਓ ਮੌਲਾ ਵਾਲਿਓ, ਅੱਲਾ ਵਾਲਿਓ ਓ ਮੌਲਾ ਵਾਲਿਓ, ਉਹਨੂੰ ਭੁੱਲ ਚੁੱਕੇ ਅਕਲਾਂ ਦੇ ਤਾਲਿਓ। ਅੱਲਾ ਵਾਲਿਓ ਮੌਲਾ ਵਾਲਿਓ, ਲੈ ਜਾਓ ਸਾਈਂ ਨੂੰ ਪਾਰ, ਲੈ ਜਾਓ ਸਾਈਂ ਨੂੰ ਪਾਰ, ਜੇ ਬਣਨਾ ਵੇ ਉਹ ਖੁਦਾ ਦੇ ਸੱਚੇ ਯਾਰ। ਅੱਲਾ ਵਾਲਿਓ ਮੌਲਾ ਵਾਲਿਓ। ਓ ਇੱਧਰ ਨਾ ਜਾਈ, ਪੱਤਨ ਦੇ ਦੋਵੇਂ ਨਾਕੇ ਸਿੱਖਾਂ ਨੇ ਮਲ ਰੱਖਿਆ ਔਰ ਉਹਨਾਂ ਦੀਆਂ ਤਾੜਾਂ ਲੰਘੀ ਜਾਂਦੀਆਂ ਨੇ। ਸਿੱਖਾਂ ਨੂੰ ਕਿਆ ਭਾਜੜ ਪੈ ਗਈ, ਕੇਸ ਕਾਰਡ ਨਹੀਂ ਬਿੱਲੀ ਪੈ ਗਈ। ਓਏ ਤਾਂ ਅੱਲਾ ਜਾਣੇ ਸਾਈਂ, ਭਾਜੜ ਪਈ ਐ ਜਾਂ ਮੁਗਲ ਫੌਜਾਂ ਨੂੰ ਭਾਜੜਾ ਪਾਉਣਗੇ ਇਹ ਮਰਦੂਦ, ਪਰ ਹੈਨ ਭਾਰੀ ਗਿਣਤੀ ਵਿੱਚ। ਸਮਝ ਗਿਆ ਬਈ, ਸਮਝ ਗਿਆ। ਉਹ ਕੀ ਸਮਝ ਗਿਆ ਸਾਈਂ? ਮੈਂ ਕਿਉਂ ਦੱਸਾਂ ਬਈ, ਕਿਉਂ ਦੱਸਾਂ? ਸਾਈਂ ਦੀ ਸੌਰ ਅੱਲਾਹ ਤਾਲਾ ਨਾਲ ਜੁੜੀ ਹੈ, ਜਿਹਦੀ ਅਕਲ ਨੂੰ ਤਾਲੇ ਵੱਜੇ, ਨਿਜ ਜੰਮੇ ਬੰਦੇ ਦੇ ਬਾਝੋਂ। ਦੱਸੋ ਦੁਨੀਆ ਕੀ ਥੋੜੀ ਹੈ। ਵੈਸੇ ਇੱਕ ਗੱਲ ਦੱਸਾਂ ਜੋ ਅੱਲਾਹ ਨੇ ਮੇਰੇ ਕੰਨ ਚਾਣ ਕਹੀ ਹੈ, ਸੋਹਣੀ ਸੱਸੀ ਸਕੀਆਂ ਭੈਣਾਂ, ਇੱਕ ਸੜ ਗਈ ਇੱਕ ਤਰ ਗਈ, ਤੀ ਦੋਨੂੰ ਦਿਲ ਦੇ ਕੇ ਦੱਸਿਓ ਹੀਰ ਜਿੱਤੀ ਜਾਂ ਹਾਰ ਗਈ। ਦੱਸੋ ਜਿੱਤੀ ਜਾਂ ਹਾਰ ਗਈ? ਪਤਾ ਨਹੀਂ ਕੀ ਚੱਲ ਭਲਾਲੀਆਂ ਮਾਰੀ ਜਾਂਦਾ। ਮੈਂ ਸੋਹਣੀ ਲੋਕੋ, ਮੈਂ ਸੋਹਣੀ, ਮੈਂ ਸੋਹਣੀ ਲੋਕੋ, ਮੈਂ ਸੋਹਣੀ, ਮੈਂ ਸੋਹਣੀ, ਮੈਂ ਸੋਹਣੀ, ਮੈਂ ਪਾਰ ਜਾਣਾ ਏ ਹਾਏ, ਪਰਲੇ ਕੰਡੇ ਮਹੀਵਾਲ ਨੇ ਛੱਤਿਆ ਠਾਣਾ ਏ, ਮੈਂ ਪਾਰ ਜਾਣਾ ਏ, ਉਹ ਮੈਂ ਤਾਂ ਪਾਰ ਜਾਣਾ ਏ। ਪਰ ਐ ਕਰ ਸਾਈਂ, ਉਹ ਹੇਠਲੀ ਪਗਡੰਡੀ ਪੈ ਜਾ, ਉੱਥੇ 2-4 ਬੇੜੀਆਂ ਵਾਲੇ ਮਲਾ ਲੋਕੇ ਬੈਠੇ ਆ, ਤੈਨੂੰ ਲਾ ਦੇਣਗੇ ਪਾਰ, ਨਹੀਂ ਤਾਂ ਫਿਰ ਸਿੱਖ ਉਹੀ ਬੁਲਾ ਦੇਣਗੇ ਪਾਰ। ਪਹਿਲਾਂ ਵੀ ਗਿਆ ਕੋਈ ਇਸ ਰਸਤੇ ਜਿਹਨੇ ਲੱਭਣਾ ਹੈ ਰਾਹ ਅਗਲੇ ਰਸਤੇ। ਆ ਗਿਆ ਕੋ ਛੱਲਾ ਵਾਲੇ, ਸੱਚ ਆਪਣਾ ਅਮੀਰ ਵੀ ਲੰਘਿਆ ਕੋਟ ਕਬੀਲਾ ਲੈ ਕੇ। ਹਾਂ ਫਿਰ ਤਾਂ ਜਾਵਾਂ, ਛੇਤੀ ਜਾਵਾਂ, ਮੈਂ ਅੱਲਾ ਦਾ ਹੁਕਮ ਬਜਾਵਾਂ, ਸੋਹਣੀ ਦੇ ਗਲ ਵਾਹਾਂ ਪਾਵਾਂ। ਸੁੰਦਰੀ ਭਾਈ ਵੀਰ ਸਿੰਘ ਦਾ ਬਹੁਤ ਪ੍ਰਸਿੱਧ ਨਾਵਲ ਹੈ। ਇਹ ਨਾਵਲ ਪੰਜਾਬੀ ਸਾਹਿਤ ਦਾ ਪਹਿਲਾ ਨਾਵਲ ਹੈ ਤੇ ਅੱਜ ਤੱਕ ਦਾ ਜੋ ਅੰਕੜਾ ਹੈ ਉਸ ਦੇ ਵਿੱਚ ਇਹੋ ਨਾਵਲ ਹੈ ਜਿਹੜਾ ਸਾਰਿਆਂ ਤੋਂ ਵੱਧ ਪੜ੍ਹਿਆ ਗਿਆ ਤੇ ਪ੍ਰਕਾਸ਼ਿਤ ਹੋਇਆ। ਸੋ ਭਾਈ ਵੀਰ ਸਿੰਘ ਚੇਅਰ ਵੱਲੋਂ ਇਸ ਦੇ ਸੰਦੇਸ਼ ਨੂੰ ਵਿਲੱਖਣ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਪਹਿਲਾਂ ਅਸੀਂ ਇਹਦਾ ਰੰਗਮੰਚੀ ਰੂਪ ਤਿਆਰ ਕੀਤਾ। ਉਸ ਰੰਗਮੰਚੀ ਰੂਪ ਨੇ ਬਹੁਤ ਸਫਲਤਾ ਹਾਸਲ ਕੀਤੀ। ਉਸ ਦੇ ਸ਼ੋਅ ਅੰਮ੍ਰਿਤਸਰ ਵਿੱਚ ਹੋਏ, ਫਤਿਹਗੜ੍ਹ ਸਾਹਿਬ ਵਿੱਚ ਹੋਏ, ਦਿੱਲੀ ਵਿੱਚ ਹੋਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਏ। ਸੋ ਇਸ ਸੀਨੀਓਗ੍ਰਾਫੀ ਨੂੰ ਬਣਾਉਣ ਦੇ ਲਈ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੰਗ ਕਰਮੀਆਂ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਸਾਡੇ ਆਪਣੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹਦੇ ਵਿੱਚ ਕਈ ਰੂਪਾਂ ਦੇ ਵਿੱਚ ਅਦਾਕਾਰੀ ਕੀਤੀ। ਸੋ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਪੇਸ਼ਕਾਰੀ ਪੰਜਾਬੀ ਯੂਨੀਵਰਸਿਟੀ ਦੀ ਇੱਕ ਸਾਂਝੀ ਪੇਸ਼ਕਾਰੀ ਹੈ ਤੇ ਮੈਂ ਵਿਸ਼ੇਸ਼ ਤੌਰ ਦੇ ਉੱਤੇ ਇਸ ਸੀਨੀਓਗ੍ਰਾਫੀ ਦੇ ਡਾਇਰੈਕਟਰ ਡਾਕਟਰ ਲੱਖਾ ਲਈ ਦਾ ਧੰਨਵਾਦ ਕਰਦਾ ਹਾਂ ਅਤੇ ਇਸ ਦੀ ਜੋ ਸਕ੍ਰਿਪਟ ਤਿਆਰ ਕੀਤੀ ਹੈ ਉਹ ਸ਼ਬਦੀਸ਼ ਜੀ ਵੱਲੋਂ ਤਿਆਰ ਹੋਈ ਹੈ, ਉਹਨਾਂ ਦਾ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਹੈ।